जी अस्सलाम वालेकुम वीवर तुसी देख रहे हो डेली ਵਲੌਗ ਸ਼ੁਰੂ ਕਰਨ ਤੋਂ ਪਹਿਲੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਜੀ ਵੀਵਰ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਲ ਅਸੀਂ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਕਿ ਅਸੀਂ ਜਾ ਰਹੇ ਹਾਂ ਕੁਰਬਾਨ ਭਾਈ ਕੋਲ, ਜਿਹੜੇ ਸਾਡੇ ਅੱਛੇ ਖਾਸੇ ਦੋਸਤ ਨੇ ਜਿਹੜੇ ਇਸ ਟਾਈਮ ਮਤਲਬ ਡੇਜੀ ਖਾਨ ਦੇ ਵਿੱਚ AIC ਦੀ ਪੋਸਟ ਦੇ ਵਿੱਚ ਨੇ। ਔਰ ਅਲਹਮਦੁਲਿਲਾ ਅਸੀਂ ਉਹਨਾਂ ਕੋਲ ਗਏ ਹਾਂ, ਉਹਨਾਂ ਕੋਲ ਬਹਿ ਕੇ ਅਸੀਂ ਗੱਲਬਾਤ ਕੀਤੀ, ਸਾਰਾ ਆਪਣੀ ਜਿਹੜਾ ਵੀ ਮਸਲਾ ਹੈ ਅਸੀਂ ਸਾਰਾ ਉਹਨਾਂ ਸ਼ੇਅਰ ਕੀਤਾ। ਸ਼ੇਅਰ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਮਸ਼ਵਰਾ ਦਿੱਤਾ ਹੈ ਇਸ ਚੀਜ਼ ਦਾ ਕਿ ਯਾਰ ਜਿਸ ਦਿਨ ਯਾਨੀ ਕਿ ਉਹਨਾਂ ਬੰਦਿਆਂ ਦੀ ਕੋਈ ਤੁਹਾਨੂੰ ਲੋਕੇਸ਼ਨ ਮਿਲਦੀ ਹੈ ਜਾਂ ਤੁਹਾਨੂੰ ਕੋਈ ਮੈਸੇਜ ਆਉਂਦਾ ਜਾਂ ਕਾਲ ਆਉਂਦੀ ਹੈ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰੋ ਪੁਲਿਸ ਨਾਲ, ਤਾਂ ਕਿ ਅਸੀਂ ਉਹਨਾਂ 'ਤੇ ਕੋਈ ਕਾਰਵਾਈ ਕਰ ਸਕੀਏ। ਇਸ ਤਰ੍ਹਾਂ ਹੁਣ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹੈ ਉਹ ਕਿਹੜੇ ਬੰਦੇ ਨੇ, ਕਿਵੇਂ ਨੇ, ਕਿੱਥੇ ਨੇ, ਕਿਉਂਕਿ ਉਹ ਨਾ ਸਾਡੇ ਕੋਲ ਉਹਨਾਂ ਦਾ ਕੋਈ ਨੰਬਰ ਹੈ, ਨਾ ਉਹਨਾਂ ਦਾ ਸਾਡੇ ਕੋਲ ਕੋਈ ਤਸਵੀਰ ਹੈ, ਨਾ ਉਹਨਾਂ ਦਾ ਕੋਈ ਬਾਇਓਡਾਟਾ ਹੈ ਵੇ। ਉਲਟਾ ਯਾਨੀ ਕਿ ਉੱਥੇ ਜਾ ਕੇ ਕੋਈ 10 ਤੋਂ 20 ਸਵਾਲਾਂ ਦਾ ਸਾਨੂੰ ਹੀ ਜਵਾਬ ਦੇਣਾ ਪਿਆ, ਤੁਸੀਂ ਕਿਵੇਂ ਆਏ ਇੱਥੇ, ਕੀ ਹੋਇਆ, ਕਿਉਂ ਹੋਇਆ। ਯਾਨੀ ਕਿ ਕਾਫੀ ਮਸਲਾ ਯਾਨੀ ਕਿ ਜਿਹੜੇ ਵਜ੍ਹਾ ਤੋਂ ਮੈਂ ਡਰ ਨਾ ਸਕਾਂ ਅਸੀਂ ਪੁਲਿਸ ਤੱਕ ਨਾ ਪਹੁੰਚੀਏ ਤੇ ਸਾਨੂੰ ਉਹੀ ਜਵਾਬਾਂ ਦਾ ਸਵਾਲ ਯਾਨੀ ਕਿ ਸਵਾਲਾਂ ਦੇ ਜਵਾਬ ਦੇਣੇ ਪਏ ਨੇ। ਲੇਕਿਨ ਕੁਰਬਾਨ ਭਾਈ ਆਪਣੀ ਵਾਕਫੀਅਤ ਵਾਲਾ ਸੀਗਾ, ਇਸ ਕਰਕੇ ਜ਼ਿਆਦਾ ਮਸਲਾ ਨਹੀਂ ਬਣਿਆ। ਉਹਨੇ ਇਕੱਲਿਆਂ ਬਹਿ ਕੇ ਆਪਣੀ ਗੱਲਬਾਤ ਸੁਣੀ ਹੈ, ਸਾਰਾ ਮਸਲਾ ਉਹਨੂੰ ਦੱਸਿਆ ਆ ਤੇ ਉਹ ਵੀ ਇਹੀ ਕਹਿੰਦਾ ਸੀਗਾ ਕਿ ਵੀ ਤੁਹਾਡਾ ਜਿਹੜਾ ਬੰਦਾ ਆ ਉਹ ਅਗਰ ਕੋਈ ਤੁਹਾਨੂੰ ਲੋਕੇਸ਼ਨ ਭੇਜੇ ਜਾਂ ਕੋਈ ਮਸਲਾ ਕੋਈ ਵੀ ਤੁਹਾਨੂੰ ਨਜ਼ਰ ਆਂਦਾ ਆ, ਉਹਨਾਂ ਦਾ ਨੰਬਰ ਜਿਹੜੇ ਆਪਣੇ ਕੋਲ ਹੈ ਆ ਉਹ ਤਾਂ ਮਿਲਦਾ ਹੀ ਨਹੀਂ ਪਿਆ ਬਹਾਦਰ ਖਾਨ ਦਾ, ਉਹ ਤੇ ਨੰਬਰ ਬਿਲਕੁਲ ਬੰਦ ਹੈ। ਕੋਈ ਵੀ ਆਪਾਂ ਨੂੰ ਸੁਰਾਖ ਮਿਲਦਾ ਆਪਾਂ ਸਭ ਤੋਂ ਪਹਿਲੇ ਕੁਰਬਾਨ ਭਾਈ ਨਾਲ ਸ਼ੇਅਰ ਕਰਾਂਗੇ, ਉਸ ਤੋਂ ਬਾਅਦ ਫਿਰ ਜੋ ਕਹਿਣਗੇ ਜਿਵੇਂ ਉਹਨਾਂ ਦਾ ਫੈਸਲਾ ਹੋਇਆ ਉਵੇਂ ਆਪਾਂ। ਬਾਕੀ ਅਦੀਲ ਭਾਈ ਔਰ ਜਿਹੜੇ ਸਫਿਆਨ ਭਾਈ ਹੋਰੀ ਨੇ ਉਹ ਉਸੇ ਕੰਮ ਦੇ ਪਿੱਛੇ ਹੀ ਲੱਗੇ ਨੇ ਕਿ ਯਾਨੀ ਕਿ ਜਿਹੜੇ ਡੇਰੇ ਅਸੀਂ ਪਹਿਲੇ ਪੁਰਾਣੇ ਡੇਰਿਆਂ ਤੇ ਗਏ ਸਾਂ, ਜਿਵੇਂ ਤੁਸੀਂ ਵੇਖਿਆ ਸੀ, ਉਹਨਾਂ ਡੇਰਿਆਂ ਤੋਂ ਜਾ ਕੇ ਤਫਤੀਸ਼ ਕਰ ਰਹੇ ਨੇ, ਪੁੱਛ ਰਹੇ ਨੇ ਵੀ ਇੱਥੇ ਫਲਾਂ ਬੰਦਾ ਐਸੀ ਨਾਮੀ ਦਾ ਬੰਦਾ ਰਹਿੰਦਾ ਤੁਹਾਡੇ ਕੋਲ ਜਾਂ ਨਹੀਂ ਰਹਿੰਦਾ, ਜਿਹਦੀ ਵਜ੍ਹਾ ਤੋਂ ਯਾਨੀ ਕਿ ਹਜੇ ਤੱਕ ਉਹ ਸਾਡੇ ਤੱਕ ਨਹੀਂ ਪਹੁੰਚ ਸਕੇ। ਅਸੀਂ ਦੁਬਾਰਾ ਉਹਨਾਂ ਨੂੰ ਮਿਲ ਕੇ ਰਾਤ ਹੀ ਅਸੀਂ ਵਾਪਸ ਆ ਗਏ, ਤੁਹਾਨੂੰ ਕਿਉਂਕਿ ਦੱਸਿਆ ਸੀ ਕਿ ਅਸੀਂ ਆਫ ਕੈਮਰਾ ਗੱਲ, ਅਗਰ ਉਹਨਾਂ ਨੇ ਕਿਹਾ ਆਫ ਕੈਮਰਾ ਤਾਂ ਅਸੀਂ ਆਫ ਕੈਮਰਾ ਗੱਲ ਕਰਾਂਗੇ, ਅਗਰ ਉਹਨਾਂ ਔਨ ਕੈਮਰਾ ਕੀਤੀ ਤਾਂ ਔਨ ਕੈਮਰਾ ਕਰਾਂਗੇ। ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਆਪਣੇ ਆਪ ਨੂੰ ਸ਼ੋਅ ਨਹੀਂ ਕਰਾਉਣਾ ਚਾਹੁੰਦੇ, ਤੁਹਾਡੀ ਸਪੋਰਟ ਅਸੀਂ ਫੁੱਲ ਮਤਲਬ ਅੱਗੇ ਹੋ ਕੇ ਕਰਾਂਗੇ, ਲੇਕਿਨ ਕਾਨੂੰਨ ਦੇ ਕੁਝ ਅਸੂਲ ਹੁੰਦੇ ਨੇ ਜਿਹਦੀ ਵਜ੍ਹਾ ਤੋਂ ਅਸੀਂ ਆਪਣਾ ਮਤਲਬ ਵੀਡੀਓ ਬਿਆਨ ਤੁਹਾਡਾ ਨਹੀਂ ਦੇ ਸਕਦੇ, ਨਾ ਅਸੀਂ ਗੱਲ ਕਰ ਸਕਦੇ ਹਾਂ। ਬਾਕੀ ਅੱਲਾ ਬਖਰੀਆ ਰੱਖੇ, ਉਹਨਾਂ ਇਹੀ ਕਿਹਾ ਕਿ ਯਾਰ ਅਗਰ ਜਿਸ ਤਰ੍ਹਾਂ ਤੁਹਾਨੂੰ ਕੋਈ ਸੁਰਾਖ ਹੋਰਾ ਮਿਲਦਾ ਜਾਂ ਕੋਈ ਬਾਇਓਡਾਟਾ ਮਿਲਦਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ। ਸਭ ਤੋਂ ਪਹਿਲਾਂ ਤੁਸੀਂ ਪੁਲਿਸ ਸਟੇਸ਼ਨ ਆਉਣਾ ਤਾਂ ਕਿ ਅਸੀਂ ਉਹਨਾਂ ਦਾ ਡਾਇਰੈਕਟ ਕਾਰਵਾਈ ਕਰ ਸਕੀਏ। ਤੁਸੀਂ ਉਹਨਾਂ ਨਾਲ ਕੋਈ ਐਸਾ ਵੈਸਾ ਮਸਲਾ ਕ੍ਰੀਏਟ ਨਹੀਂ ਕਰਨਾ ਜਿਹਦੇ ਤੁਹਾਨੂੰ ਨੁਕਸਾਨ ਹੋਏ ਜਾਂ ਤੁਹਾਡੇ ਘਰ ਨੂੰ ਨੁਕਸਾਨ ਹੋਏ, ਕਿਉਂਕਿ 2 ਦਿਨ ਹੋ ਗਏ ਨੇ ਸਾਨੂੰ ਵਸੀਮ ਦੀ ਲੋਕੇਸ਼ਨ ਦਾ ਵੀ ਪਤਾ ਨਹੀਂ ਲੱਗ ਰਿਹਾ। ਅੱਗੇ ਤੇ ਉਹ ਚਲੋ ਵੀਡੀਓ ਵੀ ਆ ਜਾਂਦੀ ਸੀ ਉਹਦੀ, ਉਹ ਦੱਸ ਦਿੰਦਾ ਸੀਗਾ ਵੀ ਇਸ ਜਗ੍ਹਾ ਤੇ ਸਾਨੂੰ ਰੱਖਿਆ ਹੋਇਆ ਹੈ। ਅਦੀਲ ਭਾਈ, ਸਫਿਆਨ ਭਾਈ ਤੋਂ ਨਾਲ ਜਿਹੜੇ ਉਹਦਾ ਉਹ ਦੋਸਤ ਸੀਗਾ ਸਰੈਕੀ ਖੋਸਾ ਬਲੋਚ, ਪਤਾ ਨਹੀਂ ਕੌਣ ਹੈ ਉਹ, ਸਫਿਆਨ ਭਾਈ ਦੇ ਨਾਲ ਜਿਹੜਾ ਬੈਠਾ ਸੀ ਨਾ ਬਲੋਚ, ਉਹ ਸਰੈਕੀ, ਉਹ ਵੀ ਉਹਨਾਂ ਦੇ ਨਾਲ ਹੀ ਕੱਲ ਦੇ ਗਏ ਹੋਏ ਨੇ, ਰਾਬਤਾ ਹੋਇਆ ਸੀ ਕਿ ਉਹ ਅੱਜ ਵੀ ਸ਼ਾਇਦ ਮੁਸ਼ਕਲ ਹੀ ਆਣ ਇੱਧਰ ਨੂੰ। ਉਹ ਸਫਿਆਨ ਭਾਈ ਦੇ ਉੱਧਰ ਦੋਸਤ ਰਹਿੰਦੇ ਨੇ ਜਿੱਧਰ ਯਾਨੀ ਕਿ ਬਹਾਦਰ ਖਾਨ ਦਾ ਇਲਾਕਾ ਦੱਸਿਆ ਜਾ ਰਿਹਾ, ਉੱਥੇ ਹੀ ਸਟੇ ਉਹਨਾਂ ਨੇ ਕੀਤੀ ਰਾਤ ਵੀ। ਅੱਜ ਵੀ ਉਹ ਕਹਿ ਰਹੇ ਸੀ ਮੁਸ਼ਕਲ ਹੀ ਆਵਾਂਗੇ। ਅੱਜ ਮੇਰਾ ਦਿਲ ਨਾਲ ਮੌਸਮ ਭਾਈ ਰਾਬਤਾ ਹੋਇਆ, ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜੇ ਯਾਦ ਹੋਣਾ ਜਿੱਥੇ ਰਾਜੇ ਨੂੰ ਉਹਨਾਂ ਨੇ ਪੱਠੇ ਕਤਰਾਏ ਹਨ, ਪੱਠੇ ਵਡਾਇਆ, ਜਿੱਥੇ ਬਾਵਾ ਡੰਗਰ ਸਨ, ਹਾਂਜੀ ਉਸ ਲੋਕੇਸ਼ਨ ਤੇ ਪਹੁੰਚੇ ਨੇ, ਜਿਹਦੀ ਵਜ੍ਹਾ ਤੋਂ ਮਤਲਬ ਅੱਲਾ ਖੈਰੀਅਤ ਰੱਖੇ, ਉਮੀਦ ਕਾਫੀ, ਕਿਉਂਕਿ ਅਸੀਂ ਹਰ ਇੱਕ ਡਾਵਰਾ ਵੇਖ ਰਹੇ ਹਾਂ, ਹਰ ਇੱਕ ਜਗ੍ਹਾ ਵੇਖ ਰਹੇ ਹਾਂ ਜਿੱਥੇ ਯਾਨੀ ਕਿ ਉਹ ਬੰਦਾ ਮਤਲਬ ਸਮੀ ਭਾਈ ਅਦੀਲ ਨੂੰ ਤੇ ਸਾਰਾ ਪਤਾ ਹੈ ਨਾ, ਜਿਹੜੀਆਂ ਲੋਕੇਸ਼ਨਾਂ ਹੈ ਸੀਗੀਆਂ, ਰਾਜੇ ਨੂੰ ਵੀ ਜਿੱਥੇ ਰੱਖਿਆ ਹੈ, ਉਸ ਤੋਂ ਬਾਅਦ ਮੈਨੂੰ ਵੀ ਜਿੱਥੇ ਰੱਖਿਆ ਸੀਗਾ, ਵਸੀਮ ਨੂੰ ਵੀ, ਇਸ ਕਰਕੇ ਅਦੀਲ ਭਾਈ ਨੂੰ ਉਹਨਾਂ ਦੇ ਨਾਲ ਤੋਰਿਆ ਹੋਇਆ ਆਪਾਂ ਇੱਥੇ ਡੇਰੇ ਤੇ ਇਹਨਾਂ ਦੇ ਵਾਕਈ ਵੀਵਰ ਸਾਨੂੰ ਇਸ ਚੀਜ਼ ਦਾ ਪੂਰੀ ਉਮੀਦ ਸੀ। ਯਾਨੀ ਕਿ ਸਫਿਆਨ ਭਾਈ ਹੋਰਾਂ ਦੇ ਅੱਬੂ ਦਾ ਥੋੜਾ ਜਿਹਾ ਮਸਲਾ ਬਣਿਆ, ਜਿਹਦੀ ਵਜ੍ਹਾ ਤੋਂ ਇਹ ਥੋੜਾ ਜਿਹਾ ਮਤਲਬ ਟਾਈਮ ਲੱਗ ਰਿਹਾ ਮੌਸਮ ਭਾਈ। ਜਿਵੇਂ ਯਾਨੀ ਕਿ ਉਹਦੋਂ ਮਤਲਬ ਉਹਨਾਂ ਕੋਲ ਬਹਿੰਦੇ ਆਣ ਕੇ ਬੰਦੇ, ਜਿਵੇਂ ਉਹਨਾਂ ਦੀ ਗੱਲਬਾਤ ਹੈ ਨਾ, ਅਗਰ ਉਹ ਅਲਹਮਦੁਲਿਲਾ ਸਹੀ ਸਲਾਮਤ, ਅੱਲਾ ਦਾ ਸ਼ੁਕਰ, ਅੱਲਾ ਪਾਕ ਉਹਨਾਂ ਨੂੰ ਸਿਹਤ ਦੇ, ਅਗਰ ਉਹ ਠੀਕ ਹੁੰਦੇ ਤਾਂ ਉਹਨਾਂ ਸਾਡੇ ਨਾਲ ਯਾਨੀ ਕਿ ਭੜ ਚੜ੍ਹ ਕੇ ਸਾਡੇ ਨਾਲ ਅੱਗੇ ਹੋਣਾ ਸੀ ਔਰ ਅਸੀਂ ਇਸ ਚੀਜ਼ ਦਾ ਮਤਲਬ ਹੱਲ ਕਰਨਾ ਸੀ। ਔਰ ਜਿੱਦੋਂ ਤੱਕ ਮੈਨੂੰ ਮੌਸਮ ਭਾਈ ਉਮੀਦ ਨਾ, ਉਹ ਬੰਦੇ ਦਾ ਨਾਂ ਸਿੱਧਾ ਬਹਾਦਰ ਖਾਨ ਹੀ ਨਹੀਂ ਹੈ। ਵਜ੍ਹਾ ਕੀ ਹੈ ਯਾਰ, ਅਗਰ ਹੁਣ ਸਾਡੇ ਇਲਾਕੇ ਦੇ ਚੌਕ ਮੁੰਡੇ 'ਚ ਅਸੀਂ ਹਰ ਇੱਕ ਬੰਦੇ ਨੂੰ ਤੁਸੀਂ ਨਾਂ ਲਾਓ, ਲੇਕਿਨ ਤਕਰੀਬਨ ਹੀ ਬੰਦਿਆਂ ਨੂੰ ਜਾਣਦੇ ਆ। ਕੋਈ ਬੰਦਾ ਤਸਵੀਰ ਦਿਖਾ ਦੇ ਅਸੀਂ ਦੱਸ ਸਕਦੇ ਕਿ ਯਾਰ ਆ ਫਲਾਂ ਬੰਦਾ, ਆ ਉਹ ਬੰਦਾ, ਲੇਕਿਨ ਕਿਉਂਕਿ ਯਾਰ ਜਦੋਂ ਉਹਨਾਂ ਨੇ ਮੈਨੂੰ ਫੜ ਕੇ ਰੱਖਿਆ ਹੋਇਆ ਸੀਗਾ, ਮੇਰੇ ਬਾਜ਼ੂ ਤੇ ਸੱਟ ਲੱਗੀ ਉਹਨਾਂ ਦੀ ਵਜ੍ਹਾ ਤੋਂ, ਤੇ ਉਦੋਂ ਵੀ ਮੈਂ ਹਰ ਵੀਡੀਓ 'ਚ ਉਹਨੂੰ ਇਹੀ ਕਹਿੰਦਾ ਸੀ ਤੂੰ ਕੋਈ ਬਗੈਰਤ ਦਾ ਬੱਚਾ ਹੈ, ਤੂੰ ਬਹਾਦਰ ਖਾਨ ਹੈ ਹੀ ਨਹੀਂ। ਬਹਾਦਰ ਖਾਨ, ਮੈਂ ਕਿਹਾ ਪਠਾਨ ਐਡੇ ਬੁਜ਼ਦਿਲ ਨਹੀਂ ਹੁੰਦੇ, ਜਿੱਦਾਂ ਬੁਜ਼ਦਿਲ ਉਹ ਬਣਿਆ ਸੀ, ਉਹ ਹੈ ਕੋਈ ਕਮੀ ਪੋਲੀ ਮੋਚੀ ਸੀਗਾ, ਜਾਂ ਫਿਰ ਕੋਈ ਉਹਦਾ ਕੋਈ ਮੁਜ਼ੇਰਾ ਹੋਏਗਾ ਜਿਹੜਾ ਬਹਾਦਰ ਖਾਨ ਆਪਣੇ ਆਪ ਨੂੰ ਦੱਸਦਾ ਹੈ। ਯਾਰ ਅੱਲਾ ਦੀ ਜ਼ਾਤ ਬਿਹਤਰ ਜਾਣਨ ਵਾਲੀ, ਠੀਕ ਹੋ ਗਿਆ ਨਾ, ਤੇ ਅਸੀਂ ਇਸ ਕਰਕੇ ਹੁਣ ਮਤਲਬ ਨਾਲ ਸ਼ੇਅਰ ਨਹੀਂ ਕਰ ਸਕਦੇ ਹੈ ਗੱਲਬਾਤ ਮਤਲਬ ਵਲੌਗ ਦੇ ਵਿੱਚ, ਕਿਉਂਕਿ ਸਿਰਫ ਉਹ ਬੰਦਾ ਸਾਡੇ ਵਲੌਗ ਵੇਖ ਕੇ ਅਟਰੈਕਟ ਹੋ ਗਿਆ ਕਿ ਉਹਨੇ ਨਾ ਵਸੀਮ ਦੀ ਕੋਈ ਲੋਕੇਸ਼ਨ ਭੇਜੀ ਹੈ ਔਰ ਨਾ ਹੀ ਉਹਦੀ ਕੋਈ ਨੰਬਰ ਪਤਾ ਲੱਗਾ ਯਾਨੀ ਕਿ ਕਿਹੜੇ ਨੰਬਰ ਤੋਂ ਉਹ ਮਤਲਬ
ਯਾਨੀ ਕਿ ਕਿੱਥੇ ਹੈ ਵੇ ਕਿੱਥੇ ਨਹੀਂ, ਕਿਉਂਕਿ ਨੰਬਰ ਆਨ ਯਾਰ, ਹੋਏਗਾ। ਜਿਸ ਦਿਨ ਪਹਿਲੇ ਦਿਨ ਆਪਾਂ ਜਾ ਕੇ ਵੀਡੀਓ ਚੜਾਈਏ ਨਾ ਸਫਿਆਨ ਭਾਈ ਹੁਣਾਂ ਦੇ ਕੋਲ, ਉਹ ਬੰਦਾ ਸਮਝ ਗਿਆ ਕਿ ਵੀ ਇਹ ਜਿਹੜਾ ਨਾ ਹੁਣ ਮੇਰੇ ਤੱਕ ਪਹੁੰਚ ਸਕਦੇ ਨੇ। ਨਾ ਉਸ ਦਿਨ ਦੀ ਕੋਈ ਵੀਡੀਓ ਆ ਰਹੀ ਹੈ, ਨਾ ਕੋਈ ਲੋਕੇਸ਼ਨ ਆ ਰਹੀ ਹੈ। ਸਹੀ ਇੱਕ ਗੱਲ। ਵੀਡੀਓ ਆਈ ਸੀ ਉਹਨਾਂ ਦੀ, ਉਸ ਤੋਂ ਬਾਅਦ ਵਸੀਮ ਦਾ ਕੋਈ ਪਤਾ ਨਹੀਂ ਚੱਲ ਰਿਹਾ। ਅੱਜ 2 ਦਿਨ ਹੋ ਗਏ ਨੇ। ਉਹੀ ਤੇ ਗੱਲ ਹੈ ਨਾ ਕਿ ਉਹ ਬੰਦਾ ਅਟਰੈਕਟ ਹੋ ਗਿਆ ਕਿ ਯਾਰ ਇਹ ਮੈਂ ਇਹਨਾਂ ਨੂੰ ਅਗਰ ਵੀਡੀਓ ਭੇਜੀ, ਇਹਨਾਂ ਕੋਲ ਮੇਰੀ ਲੋਕੇਸ਼ਨ ਚਲੀ ਜਾਣੀ ਹੈ। ਅਗਰ ਇਹ ਹੁਣ ਜਿਵੇਂ ਪੁਲਿਸ ਦਾ ਗੱਲ ਕਰ ਰਹੇ ਨੇ ਜਾਂ ਪੁਲਿਸ ਵਾਲਿਆਂ ਕੋਲ ਜਾ ਰਹੇ ਨੇ, ਉਹਦੇ ਵਿੱਚ ਇਹ ਵੇ ਕਿ ਫਿਰ ਇਹ ਸਾਡੇ ਤੇ ਮਸਲਾ ਜ਼ਿਆਦਾ ਹੋ ਸਕਦਾ ਹੈ। ਅੱਲਾ ਬਿਹਤਰ ਜਾਣਦਾ ਉਹ ਬੰਦਾ ਹੁਣ ਕਿਹੜੀ ਵਜ੍ਹਾ ਤੋਂ ਆਪਣਾ ਯਾਨੀ ਕਿ ਸਾਨੂੰ ਉਹ ਵੀਡੀਓ ਨਹੀਂ ਭੇਜ ਰਿਹਾ। ਬਾਕੀ ਸਾਡੇ ਵੀਵਰ ਕਮੈਂਟ 'ਚ ਕਹਿ ਰਹੇ ਸੀਗੇ ਕਿ ਜਿੱਥੇ ਵਸੀਮ ਨੇ ਮੋਟਰਸਾਈਕਲ ਤੋੜਿਆ ਉਹ ਲੋਕੇਸ਼ਨ ਭੇਜੀ ਸੀਗੀ। ਅਸੀਂ ਉਸੇ ਟਾਈਮ ਹੀ ਤਕਰੀਬਨ ਅਸੀਂ ਘੰਟੇ ਤੋਂ ਡੇਢ ਦੇ ਵਿੱਚ ਉਸ ਜਗ੍ਹਾ ਤੇ ਪਹੁੰਚੇ ਸੀਗੇ। ਸਾਨੂੰ ਉੱਥੇ ਵੀ ਕੋਈ ਸ਼ੈ ਨਹੀਂ ਮਿਲੀ। ਵਸੀਮ ਨੂੰ ਲੈ ਗਏ ਸੀ ਉੱਥੋਂ, ਸਾਡੇ ਪਹੁੰਚਣ ਤੋਂ ਪਹਿਲਾਂ ਹੀ ਚੁੱਕ ਕੇ ਲੈ ਗਏ ਸੀ ਕਿਸ ਸਾਈਡ ਤੇ। ਬਾਕੀ ਜਿੱਦ ਤੱਕ ਮੈਨੂੰ ਇਹ ਵੀ ਗੱਲ ਦਾ ਸ਼ੱਕ ਨਹੀਂ ਉਮੀਦ ਹੈ ਕਿ ਉਹ ਬੰਦੇ ਲੋਕੇਸ਼ਨ ਇਸ ਮਾਰੇ ਭੇਜਦੇ ਨੇ ਕਿ ਉਹ ਸਾਨੂੰ ਫੜ ਸਕਣ, ਔਰ ਲੋਕੇਸ਼ਨ ਭੇਜਣ ਦਾ ਮਕਸਦ ਉਹਨਾਂ ਸਿਰਫ ਇਹ ਵੇ। ਲੇਕਿਨ ਹੁਣ ਅਲਹਮਦੁਲਿਲਾ ਅੱਗੇ ਅਸੀਂ 3 ਜਣੇ ਹੁੰਨੇ ਸਾਂ, ਹੁਣ ਘੱਟੋ ਘੱਟ ਵੀ 10 ਤੋਂ 12 ਬੰਦੇ ਸਾਡੇ ਨਾਲ ਜਾਂਦੇ ਨੇ। ਉਹ ਜਦੋਂ ਦੂਰੋਂ ਵੇਖਦੇ ਨੇ ਕਿ ਯਾਰ ਇੰਨੇ ਬੰਦੇ ਆ ਰਹੇ ਨੇ, ਫਿਰ ਬੰਦੇ ਉਹ ਖੌਫਜ਼ਦਾ ਹੋ ਜਾਂਦੇ ਨੇ। ਅਗਰ ਉਹ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਉਹ ਬੰਦੇ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਉਸ ਜਗ੍ਹਾ ਤੇ ਉਹ ਆਪ ਖੁਦ ਨਹੀਂ ਆਉਂਦੇ, ਲਿਹਾਜ਼ਾ ਅਸੀਂ ਸਿਰਫ ਉਹ ਫੇਰਾ ਮਾਰ ਕੇ ਹੀ ਮਤਲਬ ਆ ਜਾਂਦੇ ਹਾਂ। ਔਰ ਵੀਵਰ ਸਭ ਤੋਂ ਮਜ਼ੇ ਦੀ ਵੱਡੀ ਗੱਲ ਇਹ ਵੇ ਕਿ ਉਹ ਉਹਨਾਂ ਦੀ ਜਗ੍ਹਾ ਆਪਣੀਆਂ ਹੈ ਹੀ ਨਹੀਂ। ਉਹ ਜਸਟ ਉਹਨਾਂ ਨੇ ਕਿਰਾਏ ਤੇ ਜਗ੍ਹਾ ਲਈਆਂ ਨੇ ਜਿਹਦੇ ਤੇ ਉਹ ਮਤਲਬ ਬੰਦੇ ਰੱਖਦੇ ਪਏ ਨੇ। ਉਹਨਾਂ ਦੀ ਮਲਕੀਅਤ ਅਸੀਂ ਖੁਦ ਚੈੱਕ ਕੀਤੀ ਕਿ ਯਾਰ ਕਮ ਸੇ ਕਮ ਇਹ ਬੰਦੇ ਕਿਸੇ ਦਾ ਨਾਮ ਹੈ ਸਾਨੂੰ ਆਏ, ਕਿਸੇ ਦਾ ID ਕਾਰਡ ਨੰਬਰ ਪਤਾ ਹੋਏ, ਕਿਸੇ ਦਾ ਫ਼ੋਨ ਨੰਬਰ ਪਤਾ ਹੋਏ, ਤਾਂ ਕਿ ਅਸੀਂ ਉਹਦੇ ਖਿਲਾਫ ਰਿਪੋਰਟ ਹੀ ਕਰਾ ਸਕੀਏ। ਉਹ ਜਿਹੜੇ ਬੰਦੇ ਦੀ ਜਗ੍ਹਾ ਨਿਕਲਦੀ ਉਹ ਅੱਗੋਂ ਤਕਰੀਬਨ ਇੱਥੇ ਹੀ ਨਹੀਂ ਹੁੰਦਾ। ਪਾਕਿਸਤਾਨ 'ਚ ਤਾਂ ਹੈ ਹੀ ਨਹੀਂ, ਉਹ ਮਤਲਬ ਬਾਹਰ ਦੇ ਮੁਲਕ 'ਚ ਕੋਈ ਹੁੰਦਾ, ਕੋਈ ਕਿਤੇ ਆ ਕੋਈ ਕਿਤੇ ਆ। ਯਾਨੀ ਕਿ ਇਸ ਚੀਜ਼ ਦਾ ਸਫਿਆਨ ਭਾਈ ਕਹਿ ਰਿਹਾ ਸੀਗਾ ਅਗਰ ਸਾਡਾ ਬੰਦਾ ਸਾਨੂੰ ਨਹੀਂ ਮਿਲਦਾ ਨਾ, ਉਹਨਾਂ ਦਾ ਕੋਈ ਵੀ ਬੰਦਾ ਸਾਨੂੰ ਮਿਲਦਾ ਹੈ ਨਾ, ਅਸੀਂ ਉਹ ਬੰਦਾ ਉਹਨਾਂ ਦਾ ਕੋਈ ਚੁੱਕਾਂਗੇ ਆਪੇ। ਉਹ ਜਿਹੜਾ ਨਾ ਸਾਡਾ ਬੰਦਾ ਸਾਡੇ ਕੋਲ ਲੈ ਕੇ ਆਣਗੇ। ਕਹਿੰਦੇ ਅਸੀਂ ਉਸ ਤਰ੍ਹਾਂ ਘਰ ਵਾਪਸ ਨਹੀਂ ਆਣਾ, ਉਹਨਾਂ ਦਾ ਕੋਈ ਨਾ ਕੋਈ ਬੰਦਾ ਉਡਾ ਕੇ ਲਾਜ਼ਮੀ ਆਵਾਂਗੇ। ਇਸ ਕਰਕੇ ਸਾਡੇ ਵਾਸਤੇ ਫਿਰ ਆਸਾਨੀ ਬਣ ਜਾਏਗੀ। ਸਾਡਾ ਮਕਸਦ ਅਦੀਲ ਨੂੰ ਭੇਜਣ ਦਾ ਮਕਸਦ ਸਾਡਾ ਇਹੀ ਹੈ ਨਾ। ਮੈਂ ਅਦੀਲ ਨੂੰ ਖੁੱਲੀ ਗੱਲ ਕੀਤੀ, ਮੈਂ ਕਿਹਾ ਚੋਰੀ ਹੁਣ ਜਿਹੜਾ ਵੀ ਬੰਦਾ ਹੱਥੀ ਚੜ੍ਹਦਾ ਨਾ, ਉਹਨੂੰ ਫੈਂਟੋ ਪਹਿਲੇ ਨੰਬਰ ਤੇ ਚੰਗੀ ਤਰੀਕੇ ਦੇ ਨਾਲ, ਠੀਕ ਹੋ ਗਿਆ, ਫਿਰ ਉਹਨੂੰ ਚੁੱਕ ਕੇ ਲੈ ਆਓ, ਠੀਕ ਹੈ। ਉਹਨੂੰ ਸਿੱਧਾ ਕਰੋ ਪੁਲਿਸ ਦੇ ਹਵਾਲੇ। ਉਹਨੂੰ ਪੁੱਛੋ ਬਗੈਰਾ ਦੇ ਬੱਚੇ ਨੂੰ ਕਿ ਹਾਂ ਬਈ ਹੁਣ ਸਾਡਾ ਬੰਦਾ ਦੱਸ ਕਿੱਥੇ ਆ, ਔਰ ਉਹ ਬੰਦਾ ਕੀ ਚਾਹੁੰਦਾ ਹੈ, ਔਰ ਕਿਸ ਤਰ੍ਹਾਂ ਚਾਹੁੰਦਾ ਹੈ, ਉਹ ਕਿਉਂ ਚਾਹੁੰਦਾ ਹੈ, ਤਾਂ ਕਿ ਸਾਨੂੰ ਅਗਲੇ ਮਸਲੇ ਦਾ ਅਸੀਂ ਹੱਲ ਕਰ ਸਕੀਏ। ਕਿਉਂਕਿ ਹੁਣ ਇਹ ਲੁਕਣ ਮਚਾਈ ਜਿਹੜੀ ਹੈ ਨਾ, ਇਹ ਮੁਹਸਨ ਬਾਈ ਖ਼ਤਮ ਕਰੀਏ। ਯਾਨੀ ਕਿ ਸਾਡੇ ਬੰਦੇ ਵੀ ਵੇਖਣ ਵਾਲੇ ਆਉਂਦੇ ਹੋਣੇ ਕਿ ਯਾਰ ਕੋਈ ਡਰਾਮਾ ਫੜਿਆ। ਵੀਵਰਸ ਯਕੀਨ ਮੰਨੋ ਤੁਸੀਂ ਕਿ ਯਾਨੀ ਕਿ ਇਹ ਜਿਹੜੇ ਬੰਦੇ ਨੇ ਕੰਮ ਫੜਿਆ ਨਾ, ਇਹ ਸਾਨੂੰ ਖੁਦ ਵੀ ਐਵੇਂ ਲੱਗਦਾ ਯਾਨੀ ਕਿ ਬਕਚੋਦੀ ਵਾਲਾ ਕੰਮ। ਬਾਕੀ ਵੀਵਰਸ ਅੱਲਾਹ ਪਾਕ ਖੈਰੀਅਤ ਰੱਖੇ। ਉਹ ਅਗਰ ਨਰ ਦਾ ਬੱਚਾ ਹੋਏ ਨਾ, ਯਕੀਨ ਮੰਨ ਜੋ ਕਿ ਕਿਸੇ ਬੰਦੇ ਨੂੰ ਬੰਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਕਿਸੇ ਨੂੰ ਗਾਲ ਕੱਢ ਦੇ ਨਾ, ਤੇ ਅਗਲਾ ਮੂੰਹ ਤੇ ਚੰਡ ਸੁੱਟ ਦਿੰਦਾ ਕਿ ਤੂੰ ਕੌਣ ਹੁੰਦਾ ਮਾਮਾ ਗਾਲ ਕੱਢਣ ਵਾਲਾ। ਲੇਕਿਨ ਉਹ ਐਸਾ ਕੋਈ ਕਮੀਨਾ ਬੰਦਾ ਹੈ, ਐਸਾ ਕੋਈ ਬਗੈਰਤ ਬੰਦਾ ਹੈ। ਮੈਂ ਅਲਫਾਜ਼ ਇਹ ਨਹੀਂ ਉਹਨੂੰ ਦੁਹਰਾਉਣਾ ਚਾਹੁੰਦਾ, ਲੇਕਿਨ ਮਜਬੂਰਨ ਦੇ ਤਹਿਤ, ਕਿਉਂਕਿ ਉਹ ਬੰਦਾ ਕੋਈ ਮਤਲਬ ਬੰਦਿਆਂ 'ਚੋਂ ਬੰਦਾ ਨਹੀਂ ਹੈ, ਜਿਹਦੀ ਵਜ੍ਹਾ ਤੋਂ ਮੈਨੂੰ ਇਹ ਅਲਫਾਜ਼ ਕਹਿਣੇ ਪੈ ਰਹੇ ਨੇ। ਕਿਉਂ ਕਿ ਅਸੀਂ ਉਹਨੂੰ ਖੁੱਲੀ ਵਾਰਨਿੰਗ ਕਰ ਰਹੇ ਹਾਂ, ਖੁੱਲੀ ਵਾਰ ਦੇ ਰਹੇ ਹਾਂ ਕਿ ਯਾਰ ਕਮ ਸੇ ਕਮ ਤੂੰ ਸਾਨੂੰ ਮਿਲ, ਸਾਡੇ ਨਾਲ ਬਹਿ ਕੇ ਸਾਡੇ ਨਾਲ ਗੱਲ ਕਰ, ਅਗਰ ਤੂੰ ਕੌਣ ਹੈ ਕਿਵੇਂ ਹੈ। ਲੇਕਿਨ ਉਹ ਬੰਦਾ ਕੋਈ ਵੀ ਸਾਨੂੰ ਇਸ ਗੱਲ ਤੇ ਨਹੀਂ ਆ ਰਿਹਾ ਹੈ। ਅਗਰ ਉਹ ਬੰਦਾ ਹੋਏ ਤਾਂ ਕਮ ਸੇ ਕਮ ਸਾਡੇ ਨਾਲ ਆਏ। ਸਮੀ ਅੱਲਾ ਭਾਈ ਉਹ ਇਸ ਕਰਕੇ ਨਹੀਂ ਆ ਰਿਹਾ। ਉਹ ਹੁਣ ਜਿਹੜਾ ਨਾ ਸਾਨੂੰ ਵੇਖ ਚੁੱਕਿਆ ਕਿ ਵੀ ਇਹ ਮੇਰੇ ਇਲਾਕੇ ਦੇ ਵਿੱਚ ਨੇ, ਔਰ ਇਹਨਾਂ ਦੇ ਨਾਲ ਭਾਰੀ ਪਾਰਟੀ ਜਿਹੜੀ ਹੈ ਨਾ ਇਹਨਾਂ ਦੇ ਨਾਲ ਹੈ। ਉਹ ਪਹਿਲੇ ਤੇ ਇਹ ਸਮਝਦਾ ਸੀਗਾ ਕੋਈ ਲੱਲੂ ਪੰਜੋ ਬੰਦੇ ਨੇ, ਇਹਨਾਂ ਦਾ ਇੱਥੇ ਕਿਹੜਾ ਕੋਈ ਵਾਕਫ ਹੋਣਾ। ਸਹੀ ਗੱਲ ਹੈ। ਬਾਕੀ ਅਦੀਲ ਨਾਲ ਔਰ ਸਫਿਆਨ ਭਾਈ ਅਗਰ ਮਤਲਬ ਸਾਡਾ ਵਲੋਗ ਪਹਿਲੇ ਨੰਬਰ ਤੇ ਮੇਰਾ ਉਹਨਾਂ ਫੋਨ ਤੇ ਰਾਬਤਾ ਵੀ ਹੋ ਗਿਆ, ਅਗਰ ਉਹ ਵਲੋਗ ਵੀ ਸਾਡਾ ਵੇਖ ਰਹੇ ਨੇ ਤਾਂ ਉਹਨਾਂ ਵਾਸਤੇ ਪੈਗਾਮ ਇਹੀ ਹੈ ਕਿ ਜਿਹੜਾ ਵੀ ਉਹਨਾਂ ਦਾ ਬੰਦਾ ਕੋਈ ਵੀ ਛੋਟਾ ਮੋਟਾ ਨਿੱਕਾ ਜਿਹੜਾ ਵੀ ਚੱਲਦਾ ਨਾ, ਮੇਰਾ ਵੀਰ ਤੁਸੀਂ ਉਹਨਾਂ ਨੂੰ ਫੜ ਕੇ, ਅਗਰ ਅਸੀਂ ਵੀ ਇੱਥੇ 2 ਤੋਂ 3 ਜਗ੍ਹਾ ਐਸੀਆਂ ਮਾਲੂਮ ਕੀਤੀਆਂ ਨੇ ਜਿਹਦੇ ਤੇ ਅਸੀਂ ਮੈਂ ਤੇ ਮੋਹਸਨ ਭਾਈ ਔਰ ਕੁਝ ਬੰਦੇ ਅਸੀਂ ਜਾਵਾਂਗੇ, ਠੀਕ ਹੋ ਗਿਆ ਨਾ, ਇੱਥੇ ਵੀ ਜਾਵਾਂਗੇ ਤਾਂ ਕਿ ਸਾਨੂੰ ਕੋਈ ਵੀ ਅਗਰ ਕੋਈ ਬੰਦਾ ਉਹਨਾਂ ਦਾ ਚੱਲਦਾ ਅਸੀਂ ਉਹ ਦਸਤੀ ਫੜ ਕੇ। ਹੁਣ ਮੋਹਸਨ ਭਾਈ ਉਹਦੇ ਤੇ ਜ਼ੁਲਮ ਨਹੀਂ ਕਰਨਾ, ਜ਼ੁਲਮ ਤੇ ਚਲੋ ਮਾਰ ਕਟਾਈ ਜਿਹੜੀ ਹੁੰਦੀ ਕੋਈ 2-4 ਚੰਡਾ ਮੁੱਕੇ ਚਲੋ ਹੁੰਦੀ ਗੱਲ, ਲੇਕਿਨ ਹੁਣ ਚੋਰੀ ਸਾਹਿਬ ਉਹਦੇ ਤੇ ਸਿੱਧਾ ਜਾ ਕੇ ਉਹ ਯਾਰ ਆਪਾਂ ਨਾ ਜ਼ੁਲਮ ਇਸ ਕਰਕੇ ਨਹੀਂ ਕਰਨਾ ਕਿਉਂਕਿ ਸਾਡੇ ਸੀਨੇ ਦੇ ਵਿੱਚ ਦਿਲ ਹੈ। ਹਾਂਜੀ, ਅਸੀਂ ਜਿਗਰਾ ਰੱਖਦੇ ਹਾਂ, ਆਪਾਂ ਜ਼ੁਲਮ ਨਹੀਂ ਕਰਨਾ। ਆਪਾਂ ਸਿਰਫ ਉਹਨੂੰ ਬਿਠਾਵਾਂਗੇ ਸਹੀ, ਉਹਨੂੰ ਖਾਣਾ ਸ਼ਾਨਾ ਵੀ ਦਵਾਂਗੇ। ਜਿਵੇਂ ਉਹ ਵਸੀਮ ਦੱਸ ਰਿਹਾ ਕਿ ਮੈਨੂੰ ਰੋਟੀ ਵੀ ਨਹੀਂ ਦਿੰਦੇ, ਐਵੇਂ ਬੰਨ ਕੇ ਰੱਖਦੇ ਨੇ, ਸਰਦੀ ਦੇ ਵਿੱਚ ਮਾਰਦੇ ਨੇ। ਆਪਾਂ ਇਹ ਵਾਲਾ ਕੰਮ ਨਹੀਂ ਕਰਨਾ ਕਿਉਂਕਿ ਇਨਸਾਨੀਅਤ ਸਾਡੇ ਵਿੱਚ ਜ਼ਿੰਦਾ ਹੈ। ਯਾਰ ਅਗਰ ਉਹ ਬੰਦਾ ਅਸੀਂ ਉਹਨਾਂ ਦੀ ਕੋਈ ਭੈਣ ਕੱਢ ਲਈਏ, ਜਿਹੜਾ ਕੋਈ ਬੰਦੇ ਸਾਡੇ ਨਾਲ ਇੰਨਾ ਜ਼ੁਲਮ ਕਰ ਰਹੇ ਨੇ ਕਿ ਅਸੀਂ ਉਹਨੂੰ ਕੀ ਆਖਿਆ ਹੈ,
ਅਸੀਂ ਤੇ ਸਿੱਧਾ ਇੱਕ ਜਸਟ ਆਪਣਾ ਇੱਕ ਵਲੌਗ ਸ਼ੁਰੂ ਕੀਤਾ ਵੀਰ, ਜਿਵੇਂ ਤੁਸੀਂ ਵੇਖਦੇ ਹੋ ਸਾਡਾ ਇੱਕ YouTube ਯਾਨੀ ਕਿ ਚੈਨਲ, ਨਵਾਂ ਚੈਨਲ ਹੈ। ਅਸੀਂ ਮਿਹਨਤ ਕਰ ਰਹੇ ਸਾਂ, ਅਸੀਂ ਆਪਣਾ ਅਲਹਮਦੁਲਿਲਾ ਵੀਡੀਓ ਬਣਾਉਂਦੇ ਸਾਂ ਮਤਲਬ ਇੰਟਰਟੇਨਮੈਂਟ ਵਾਸਤੇ, ਲੇਕਿਨ ਇਸ ਬੰਦੇ ਨੇ ਸਾਨੂੰ ਇੱਕ ਹੋਰ ਹੀ ਗਾਈਡ ਮਤਲਬ ਸਾਈਡ ਤੇ ਲੈਣ ਦਾ, ਜਿਹੜਾ ਅਸੀਂ ਖੁਦ ਵੀ ਇਸ ਚੀਜ਼ ਨੂੰ ਸੋਚਿਆ ਨਹੀਂ ਸੀ ਕਿ ਯਾਰ ਸਮੀ ਭਾਈ ਅਸੀਂ ਮਿਹਨਤ ਕੀਤੀ ਹੈ, ਆਪਣਾ YouTube ਚੈਨਲ ਬਣਾਇਆ, ਵਲੌਗ ਬਣਾਉਂਦੇ ਸੀਗੇ। ਕਈ ਬੰਦਿਆਂ ਨੂੰ ਸਾੜ ਵੀ ਹੈ ਕਿ ਵੀ ਅੱਲਾਹ ਪਾਕ ਨੇ ਇਹਨਾਂ ਨੂੰ ਤਰੱਕੀ ਕਿਉਂ ਦੇ ਦਿੱਤੀ ਹੈ, ਇਸ ਕਰਕੇ ਵੀ ਉਹਨਾਂ ਨੂੰ ਕੋਈ ਦੁੱਖ ਹੋ ਸਕਦਾ ਹੈ ਸਾਡੇ ਨਾਲ, ਜਿਹੜਾ ਜੈਲਸ ਰੱਖਣ ਲੱਗ ਗਏ ਨੇ। ਯਾਰ ਅਗਰ ਉਹਨਾਂ ਨੂੰ ਇਹੀ ਦੁੱਖ ਹੈ ਤੇ ਅੱਲਾਹ ਪਾਕ ਉਹਨਾਂ ਦੇ ਇਹ ਜਾਣੀ ਕਿ ਜਿਹੜੇ ਜਜ਼ਬਾਤ ਨੇ ਅੱਲਾਹ ਪਾਕ ਉਹਨਾਂ ਦੇ ਬੁਲੰਦ ਕਰੇ। ਅਸੀਂ ਕਿਸੇ ਵਾਸਤੇ ਵੀ ਕੋਈ ਬੁਰਾ ਨਹੀਂ ਚਾਹੁੰਦੇ, ਲੇਕਿਨ ਜਿਹੜਾ ਬੰਦਾ ਉਹ ਸਾਡੇ ਨਾਲ ਇਹ ਕੰਮ ਕਰ ਰਿਹਾ ਨਾ, ਇਹ ਨਿਹਾਇਤ ਹੀ ਚਵਲ ਕੰਮ ਹੈ, ਯਕੀਨ ਮੰਨ ਜੋ। ਬਾਕੀ ਅੱਲਾਹ ਖੈਰ ਕਰੇ। ਮੈਂ ਹੁਣ ਇਹੀ ਆਨਾ ਕਿ ਅਗਰ ਉਹ ਬੰਦਾ ਸਾਨੂੰ ਅਗਰ ਕੱਲ ਦੀ ਡੇਟ 'ਚ ਅਦੀਲ ਹੋਰਾਂ ਜਾਂ ਸਾਨੂੰ ਕੋਈ ਬੰਦਾ ਲੱਭਦਾ ਨਾ, ਕਿਉਂਕਿ ਜਿਹੜਾ ਹੁਣ ਉਹ ਦੱਸਣ ਡਿਆ ਸੀ ਅਸਦ ਜਿਹੜਾ ਆਇਆ ਸੀ ਮੁੰਡਾ, ਉਹ ਕਹਿ ਨਹੀਂ ਰਿਹਾ ਕਿ ਫਲਾਣਾ ਅੱਡੇ ਦਾ ਪਤਾ ਚੱਲਿਆ ਕਿ ਉੱਥੇ ਚੱਲੀਏ। ਮੈਂ ਕਿਹਾ ਹੁਣ ਸ਼ਾਮ ਹੋਣ ਡਈ, ਹੁਣ ਨਹੀਂ, ਸਵੇਰ ਬੰਦੇ 4-5 ਹੋਰ ਨਾਲ ਆ ਜਾਣਗੇ, ਉਸ ਤੋਂ ਬਾਅਦ ਚੱਲਾਂਗੇ। ਅਗਰ ਸਾਨੂੰ ਉੱਥੇ ਕੋਈ ਨਾ ਕੋਈ ਬੰਦਾ ਚੱਲ ਗਿਆ, ਆਪਾਂ ਵੀ ਇਸੇ ਕਰਕੇ ਇੱਥੇ ਫਿਰ ਰਹੇ ਆ। ਸਾਡੇ ਹੱਥ ਵੀ ਕੋਈ ਉਹਨਾਂ ਦਾ ਬੰਦਾ ਲੱਗ ਸਕਦਾ ਆ, ਔਰ ਅਦੀਲ ਭਾਈ, ਸਫਿਆਨ ਭਾਈ ਦੇ ਹੱਥ ਵੀ ਉਹਨਾਂ ਦਾ ਕੋਈ ਬੰਦਾ ਲੱਗ ਸਕਦਾ ਆ। ਹਾਂਜੀ, ਕੋਈ ਨਾ ਕੋਈ ਬੰਦਾ ਉਹਨਾਂ ਦਾ ਇਨਸ਼ਾਅੱਲਾ ਜ਼ਰੂਰ ਸਾਡੇ ਹੱਥੀ 1-2 ਦਿਨਾਂ ਦੇ ਵਿੱਚ ਆ ਜਾਏਗਾ, ਔਰ ਇਨਸ਼ਾਅੱਲਾ ਉਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਬੰਨ ਕੇ ਰੱਖਾਂਗੇ ਜਾਂ ਫਿਰ ਕੁਰਬਾਨ ਭਾਈ ਦੇ ਹਵਾਲੇ ਕਰ ਦਾਂਗੇ। ਭਾਈਜਾਨ ਅਸੀਂ ਹੁਣ ਇਹ ਕੰਮ ਕਰਨਾ ਹੀ ਕੋਈ ਨਹੀਂ ਬੰਨਣ ਵਾਲਾ, ਠੀਕ ਹੈ। ਅਗਰ ਸਾਨੂੰ ਕੋਈ ਬੰਦਾ ਮਿਲਦਾ ਵੀ ਹੈ ਵੇ, ਠੀਕ ਹੈ ਨਾ, ਤੇ ਅਸੀਂ ਡਾਇਰੈਕਟ ਪੁਲਿਸ ਦੇ ਹਵਾਲੇ ਕਰਾਂਗੇ। ਉਹ ਆਪਣੀ ਤਸ਼ਖੀਸ ਜਿਵੇਂ ਮਰਜ਼ੀ ਕਰਨ, ਜਿਵੇਂ ਮਰਜ਼ੀ ਹੱਲ ਕਰਨ, ਕਿਉਂਕਿ ਕੱਲ ਨੂੰ ਕੋਈ ਮਸਲਾ ਸਾਡੇ ਤੇ ਕ੍ਰੀਏਟ ਨਾ ਹੋਏ ਕਿ ਤੁਸੀਂ ਇਨਫਾਰਮ ਨਹੀਂ ਕੀਤਾ, ਇਹ ਹੋਇਆ ਉਹ ਹੋਇਆ। ਇਹਦੀ ਵਜ੍ਹਾ ਤੋਂ ਯਾਨੀ ਕਿ ਅਸੀਂ ਬਿਲਕੁਲ ਐਸਾ ਕੰਮ ਨਹੀਂ ਕਰਾਂਗੇ ਜੋ ਸਾਨੂੰ ਨੁਕਸਾਨ ਹੋਏ। ਬਾਕੀ ਵੀ ਅੱਲਾਹ ਪਾਕ ਖੈਰੀਅਤ ਰੱਖੇ ਤੁਹਾਡੇ ਸਾਰਿਆਂ ਦੇ। ਜਿਹੜੇ ਭਰਾਵਾਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਡਾ ਚੈਨਲ ਸਬਸਕ੍ਰਾਈਬ ਕਰੋ, ਤਾਂ ਕਿ ਯਾਨੀ ਕਿ ਬੇਸ਼ੱਕ ਅਸੀਂ ਹੁਣ ਵੀਡੀਓ ਇਹ ਬਣਾ ਰਹੇ ਕਿਉਂਕਿ ਸਾਡੇ ਕੋਲ ਜਸਟ ਵਲੌਗ ਯਾਨੀ ਕਿ ਸਾਡੀ ਜਿਹੜਾ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਨਾ, ਉਹ ਇਹ ਚੱਲ ਰਿਹਾ। ਇਸ ਮਾਰਿਆਂ ਇਨਸ਼ਾਅੱਲਾ ਤੁਹਾਨੂੰ ਵੱਧ ਤੋਂ ਵੱਧ ਇੰਟਰਟੇਨਮੈਂਟ ਵਾਸਤੇ ਅਸੀਂ ਵੀਡੀਓ ਤੁਹਾਨੂੰ ਸ਼ੂਟ ਕਰਕੇ ਦਿਖਾਵਾਂਗੇ, ਬਣਾਵਾਂਗੇ ਇਨਸ਼ਾਅੱਲਾ। ਕਿਉਂਕਿ ਜਸਟ ਜਿੰਨੀ ਦੇਰ ਤੱਕ ਅਸੀਂ ਆਪਣੀ ਮੁਸੀਬਤ 'ਚੋਂ, ਤਕਲੀਫ 'ਚੋਂ ਨਿਕਲਦੇ ਨਹੀਂ ਨਾ, ਉਨੀ ਦੇਰ ਤੱਕ ਸਾਨੂੰ ਯਾਰ ਕੋਈ ਸਮਝ ਨਹੀਂ ਆਉਂਦੀ ਹੈ। ਤੁਸੀਂ ਵੀ ਆਉਂਦੇ ਹੋਣੇ ਰੋਜ਼ਾਨਾ ਵੇਖਣ ਵਾਲੇ ਬੰਦੇ ਕਿ ਯਾਰ ਆ ਬੋਰਿੰਗ ਵੀਡੀਓ ਬਣਾਈ ਰੱਖਦੇ ਨੇ। ਯਾਰ ਸਾਡਾ ਜਿਹੜਾ ਸਿਸਟਮ ਚੱਲ ਰਿਹਾ, ਯਕੀਨ ਮੰਨ ਜੋ ਕਿ ਸਾਨੂੰ ਖੁਦ ਬੜਾ ਮਤਲਬ ਇੱਕ ਗਿਲਟੀ ਫੀਲ ਹੁੰਦਾ ਕਿ ਯਾਰ ਵਿਖਾਣ ਵਾਲੇ ਬੰਦੇ ਨੂੰ ਵੇਖ, ਸਾਡੇ ਏਡੇ ਪਿਆਰ ਕਰਨ ਵਾਲੇ ਬੰਦੇ, ਵੇਖਣ ਵਾਲੇ ਬੰਦੇ ਕੀ ਸੋਚਦੇ ਹੋਣਗੇ। ਲੇਕਿਨ ਸਾਨੂੰ ਉਮੀਦ ਕਾਫੀ ਜਿਹੜੇ ਸਾਡੇ ਨਾਲ ਭਰਾ ਸਾਡੇ ਨਾਲ ਹੈ ਨੇ, ਅਲਹਮਦੁਲਿਲਾ ਸਾਡੇ ਔਖੇ ਟਾਈਮ ਦੇ ਸਾਡੇ ਨਾਲ ਨੇ, ਸੌਖੇ ਟਾਈਮ ਦੇ ਸਾਡੇ ਨਾਲ ਨੇ। ਸਾਡੇ ਮੁਹੱਬਤ ਯਾਨੀ ਕਿ ਜਿੰਨੇ ਮੁਹੱਬਤ ਕਰਨ ਵਾਲੇ ਨੇ, ਸ਼ੁਕਰਗੁਜ਼ਾਰ ਹਾਂ ਅਸੀਂ ਉਹਨਾਂ ਦੇ। ਬਾਕੀ ਅੱਲਾਹ ਖੈਰ ਕਰੇ, ਨੈਕਸਟ ਵਲੋਗ 'ਚ ਜਾਨੂੰ ਕਿ ਸਾਨੂੰ ਜਿਹੜੀ ਵੀ ਅਪਡੇਟ ਮਿਲੇਗੀ ਅਸੀਂ ਭਰਾਵਾਂ ਨਾਲ ਸ਼ੇਅਰ ਕਰਾਂਗੇ। ਅੱਲਾਹ